ਸਿਆਸੀ ਮਾਹੌਲ ਖਾਸਾ ਗਰਮ ਨਜ਼ਰ ਆ ਰਿਹਾ ਹੈ। 27ਵੀਂ ਤਰਮੀਮ ਤੇ ਜਦੋਂ ਤੋਂ ਗੱਲ ਸ਼ੁਰੂ ਹੋਈ ਉਹਦੀ तमाम ਮਰਾਹਿਲ ਦੇ ਵਿੱਚ ਤੇ ਉਹਦੀ ਮਨਜ਼ੂਰੀ ਤੋਂ ਬਾਅਦ ਹੁਣ ਤੱਕ ਵੀ ਇਹਦੇ ਤੇ ਹੀ ਹਰ ਪਾਸੇ ਬਹਿਸ ਚੱਲ ਰਹੀ ਹੈ। ਮੀਡੀਆ ਦੇਖ ਲੈ, ਸੋਸ਼ਲ ਮੀਡੀਆ ਦੇਖ ਲਓ, ਆਮ ਬੈਠਕਾਂ ਦੇ ਵਿੱਚ ਵੀ ਲੋਕੀ ਇਹ ਡਿਸਕਸ ਕਰ ਰਹੇ ਨੇ। ਫਿਰ ਅਸੀਂ ਦੇਖਿਆ ਕਿ ਜਿਹੜੇ ਸੁਪਰੀਮ ਕੋਰਟ ਦੇ ਤੇ ਲਾਹੌਰ ਹਾਈ ਕੋਰਟ ਦੇ ਜੱਜਿਸ ਨੇ ਜਿਹੜੇ ਅਸਤੀਫੇ ਦਿੱਤੇ ਤੇ ਉਹਨਾਂ ਦੇ ਅਸਤੀਫਿਆਂ ਦੇ ਵਿੱਚ ਵੀ ਐਸੀਆਂ ਗੱਲਾਂ ਸਨ ਕਿ ਕਿਤੇ ਆਇਨ ਤੇ ਹਮਲਾ ਹੋ ਗਿਆ ਹੈ, ਸੁਪਰੀਮ ਕੋਰਟ ਦੇ ਟੁਕੜੇ ਹੋ ਗਏ ਨੇ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਹਾਲੇ ਤੱਕ ਕਈ ਗੱਲਾਂ ਚੱਲ ਰਹੀਆਂ ਤੇ ਅੱਜ ਵਜ਼ੀਰ ਮੁਮਲਿਕਤ ਬਰਾਏ ਦਾਖਲਾ ਤਲਾਲ ਚੌਧਰੀ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਗਰ ਜ਼ਰੂਰਤ ਪਈ ਤਾਂ ਹੋਰ ਤਰਮੀਮ ਵੀ ਆ ਸਕਦੀ ਹੈ ਤੇ ਇਹ ਤੇ ਪਾਰਲੀਮੈਂਟ ਦਾ ਇਖਤਿਆਰ ਹੈ ਕਿ ਉਹ ਚਾਹੇ ਜੋ ਮੁਨਾਸਬ ਸਮਝਦੀ ਹੈ ਕਿ ਇਹ ਬਿਹਤਰ ਹੈ ਮੁਲਕ ਕੌਮ ਵਾਸਤੇ ਤੇ ਉਹਦੇ ਹਵਾਲੇ ਨਾਲ ਉਹ ਆਇਨ ਦੇ ਵਿੱਚ ਤਰਮੀਮ ਕਰ ਲੈਂਦੇ ਨੇ। ਤੇ ਬਹਰਹਾਲ ਐਸੇ ਮੌਜੂਦ ਉੱਤੇ ਹੀ ਅੱਜ ਗੱਲ ਕਰਾਂਗੇ। ਪਹਿਲੇ ਚੱਲਨੇ ਆ ਜੀ ਲਤੀਫ ਚੌਧਰੀ ਸਾਹਿਬ ਵੱਲ। ਜੀ ਚੌਧਰੀ ਸਾਹਿਬ ਜੀ ਹਾਲ ਹੈ? ਕੀ ਹਾਲ ਚੱਲਨੇ ਅੱਜ ਤੇ ਬੜੇ ਤੁਸੀਂ ਮਾਸ਼ਾਅੱਲਾ ਸਮਾਰਟ ਨਜ਼ਰ ਆ ਰਹੇ ਹੋ। ਚਲੋ ਇਹ ਤੁਹਾਡਾ ਕੀ ਕਹਿੰਦੇ ਨੇ ਹੁਸਨੇ ਨਜ਼ਰ ਹੈ। ਨਹੀਂ ਕਰਨਾ ਚਾਹੀਦਾ, ਜਿਹੜੀ ਚੀਜ਼ ਅੱਛੀ ਲੱਗੇ ਉਹਨੂੰ ਕਹਿਣਾ ਚਾਹੀਦਾ ਅੱਛੀ ਲੱਗੇ। ਤੁਸੀਂ ਮੈਨੂੰ ਮਿਹਰਬਾਨੀ। ਨਹੀਂ ਮੈਂ ਕਹਿ ਨਹੀਂ ਲੱਗਾ ਸੀ ਲੇਕਿਨ ਤੁਸੀਂ ਗੱਲ ਚੁੱਕੇ ਥੋੜੀ ਲੰਮੀ ਕਰਤੀ। ਮੈਂ ਕਿਹਾ ਮੁਕਾਓ ਫਿਰ ਮੈਂ ਜਰਾ ਚੰਗੇ ਤਰੀਕੇ ਨਾਲ ਤੁਹਾਡੀ ਤਾਰੀਫ ਜਿਹੜੀ ਨਾ ਉਹ ਕਰਾਂਗੇ। ਮੈਂ ਕਹਿੰਦਾ ਬਹੁਤ ਕੱਲੇ ਚੰਗੇ ਤਰੀਕੇ ਨਾਲ ਕਰਨਾ ਤੁਸੀਂ। ਅੱਛਾ ਤੁਸੀਂ ਜਿਹੜਾ ਦਿੱਤਾ ਆਪਣੀ ਗੱਲ ਜੋ ਕੁਐਸਚਨ ਤੇ ਉਸ 27ਵੀਂ ਤਰਮੀਮ ਦੇ ਹਵਾਲੇ ਦੇ ਨਾਲ ਔਰ ਉਸ ਤੋਂ ਬਾਅਦ ਦੇ ਜਿਹੜੇ ਮਜ਼ਮਰਾਤ ਨੇ ਅਸਲ ਤੇ ਉਹ ਦੇਖਣਾ। ਹਾਂਜੀ 27ਵੀਂ ਤਰਮੀਮ ਤੇ ਹੋ ਗਈ ਹੈ ਔਰ ਆਈਨੀ ਬੈਂਚਸ ਨੇ ਕੰਮ ਵੀ ਕੱਲ ਤੋਂ ਸ਼ੁਰੂ ਕਰ ਦੇਣਾ ਆਪਣਾ। ਉਹਨਾਂ ਨੇ ਉਹ ਬਣ ਗਏ ਉਹਨਾਂ ਦੇ ਬੈਂਚ ਤੇ ਅਨਾਉਂਸ ਹੋ ਗਿਆ ਤੇ ਉਹਦਾ ਮੇਰਾ ਖਿਆਲ ਹੈ ਕਿ ਵੀ ਚੀਜ਼ ਇੱਕ ਅਮਲ ਦਰਾਮਦ ਤੇ ਸ਼ੁਰੂ ਹੋ ਗਿਆ। ਬਾਕੀ ਵੀ ਸਾਰੀਆਂ ਚੀਜ਼ਾਂ ਉਹਦੇ ਨਾਲ ਸ਼ੁਰੂ ਹੋ ਜਾਣਗੀਆਂ ਤੇ ਬਾਕੀ ਅਸੀਂ ਦੇਖਾਂਗੇ ਕਿ ਉਹਦਾ ਜਿਹੜੀ ਐਕਸਪੈਕਟੇਸ਼ਨਸ ਨੇ ਕਿ ਮੁਲਕ ਦੇ ਮੰਜ਼ਰਨਾਮੇ ਦਾ ਜਿਹੜਾ ਸਿਆਸੀ ਮੰਜ਼ਰਨਾਮੇ ਨੂੰ ਇਸ ਰੰਗ ਦੇ ਵਿੱਚ ਰੰਗਣ ਵਾਸਤੇ, ਯਾਨੀ ਮੈਨੂੰ ਜਿਹੜੀ ਸਮਝ ਆ ਰਹੀ ਹੈ ਜਿਹੜੀ ਤੁਹਾਡੇ ਸਵਾਲ ਦੀ, ਉਹ ਇਹੋ ਹੀ ਹੈਗੀ ਹੈ ਕਿ ਇਸ ਤਰਮੀਮ ਦੀ ਬੁਨਿਆਦ ਨੂੰ ਬਣਾ ਕੇ ਕਿਆ ਸਿਆਸੀ ਮੁਲਕ ਦੇ ਵਿੱਚ ਕੋਈ ਐਸੀ ਹੋ ਜਾਏਗਾ ਕੋਈ ਯਾਨੀ ਮੂਵਮੈਂਟ ਦੇ ਅੰਦਰ ਜਾਂ ਕੋਈ ਐਸੀ ਅਨਰੈਸਟ ਪੋਲੀਟੀਕਲੀ ਜਾਂ ਕੋਈ ਐਸਾ ਮਾਹੌਲ ਬਣ ਜਾਏਗਾ ਜਿਹੜਾ ਕਿ ਇੱਕ ਐਸਾ ਮਕਤਬਾ ਫਿਕਰ ਜਾਂ ਉਹ ਨੁਕਤਾ ਨਜ਼ਰ ਜਿਹੜਾ ਅਗੇਂਸਟ ਜਾ ਰਿਹਾ ਇਸ ਤਰਮੀਮ ਦੇ, ਕਿਆ ਉਹਨੂੰ ਕੋਈ ਕਬੂਲੀਅਤ ਮਿਲੇਗੀ? ਮੈਨੂੰ ਇਹ ਕੁਐਸਚਨ ਦੀ ਸਮਝ ਆਈ ਹੈ। ਮੇਰਾ ਖਿਆਲ ਹੈ ਜਿਹੜਾ ਤੁਸੀਂ ਕਰਨਾ ਚਾਹ ਰਹੇ ਹੋ। ਮੈਂ ਹੀ ਕਰਨਾ ਚਾਹ ਰਿਹਾ ਕਿ ਆਵਾਮ ਦੇ ਵਿੱਚ ਨਾ ਇਸ ਵਕਤ ਇੱਕ ਬੜੀ ਕਿਹਨੂੰ ਕਹਿੰਦੇ ਨਾ ਕਿ ਕਨਫਿਊਜ਼ਨ ਦੀ ਸਟੇਟ ਹੈ। ਲੋਕਾਂ ਨੂੰ ਸਮਝ ਨਹੀਂ ਆ ਰਹੀ। ਹਰ ਪਾਸੇ ਤੁਹਾਨੂੰ ਪਤਾ ਇਨਫੋਰਮੇਸ਼ਨ ਫਲੋ ਹੈ, ਸੋਸ਼ਲ ਮੀਡੀਆ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਤੇ ਲੋਕ ਬੜੇ ਪਰੇਸ਼ਾਨ ਤੋਂ ਲੋਕ ਇਹਨੂੰ ਸਮਝਦੇ ਪਏ ਨੇ ਕਿ ਸ਼ਾਇਦ ਇਹਦੇ ਨਾਲ ਇਨਸਾਫ ਹੁਣ ਮੁਲਕ 'ਚ ਖਤਮ ਹੋ ਜਾਏਗਾ ਤੇ ਸਿਆਸਤਦਾਨ ਪਤਾ ਨਹੀਂ ਕੀ ਕੁਛ ਐਸਾ ਕਰ ਲੈਣਗੇ ਜਾਂ ਇਹਦੇ ਕੀ ਮਕਾਸਦ ਸਨ ਤਰਮੀਮ ਦੇ, ਕਿਉਂਕਿ ਲੋਕਾਂ ਨੂੰ ਸਮਝ ਹੀ ਨਹੀਂ ਆ ਰਹੀ। ਸਾਨੂੰ ਲੋਕੀ ਪੁੱਛਦੇ ਨੇ, ਕਮੈਂਟਸ ਵੀ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ। ਉਹ ਗੱਲ ਹੈ ਜਾਣਨਾ ਚਾਹ ਰਹੇ ਨੇ ਕਿ ਇਹ ਅਸਲ 'ਚ ਹੈ ਕੀ ਹੈ, ਮਤਲਬ ਇਨਸਾਫ ਮੁੱਕ ਗਿਆ ਹੁਣ ਮੁਲਕ 'ਚ? ਨਹੀਂ ਕੋਈ ਐਸੀ ਗੱਲ ਨਹੀਂ ਹੈ। ਇਨਸਾਫ ਦੀ ਜਿਹੜੀ ਸਾਡੇ ਇੱਕ ਰਵਾਇਤੀ ਕਨਸੈਪਟ ਹੈਗਾ ਇਨਸਾਫ ਦਾ, ਜਿਹੜੀ ਅਵਾਮੁਨ ਨਾਸ ਦਾ ਕਨਸੈਪਟ ਇੱਕ ਡਿਫਰੈਂਟ ਹੈ, ਇੱਕ ਸਿਆਸੀ ਨਾਰੇ ਦੇ ਲਿਹਾਜ਼ ਨਾਲ ਇੱਕ ਮੁਖਤਲਿਫ ਹੈ ਤੇ ਜਿਹੜੇ ਜੁਰਿਸਟ ਨੇ ਔਰ ਵਕਲਾ ਨੇ ਔਰ ਦੂਸਰੇ ਨੇ ਉਹਨਾਂ ਦੇ ਵਾਸਤੇ ਮੁਖਤਲਿਫ ਹੈਗਾ। ਉਹਦੀ ਮਿਸਾਲ ਮੈਂ ਇੰਝ ਦਿਆਂਗਾ ਕਿ ਜਿਵੇਂ ਤੁਸੀਂ ਅਵਾਮੁਨ ਨਾਸ ਕੋ ਸਾਇਲੀਨ ਕੋਲੋਂ ਪੁੱਛੋ ਅਦਾਲਤਾਂ ਦੇ ਵਿੱਚ ਜਾ ਕੇ ਜਾਂ ਕੋਰਟਸ ਦੇ ਅੰਦਰ ਜਾ ਕੇ ਕਿ ਵੀ ਯਾਰ ਕੀ ਜ਼ਰੂਰਤ ਹੈ, ਸਾਡੇ ਲਿਖਣ ਵਾਲੇ ਵੀ ਔਰ ਬੋਲਣ ਵਾਲੇ ਵੀ, ਉਹ ਇਹੋ ਹੀ ਕਹਿਣਗੇ ਜੀ ਇਨਸਾਫ ਬਹੁਤ ਮੁਸ਼ਕਲ ਹੈ, ਇਨਸਾਫ ਬਹੁਤ ਮਹਿੰਗਾ ਹੈ। ਔਰ ਕਈ ਤੇ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਜੀ ਇਸ ਮੁਲਕ 'ਚ ਤਾਂ ਇਨਸਾਫ ਹੈ ਹੀ ਨਹੀਂ, ਪੈਸੇ ਵਾਲੇ ਦਾ ਇਨਸਾਫ ਹੈ, ਅਗਰ ਤੁਹਾਡੇ ਕੋਲ ਪੈਸੇ ਨੇ ਤੇ ਤੁਸੀਂ ਪੈਸਾ ਦਿਓ। ਵੈਸੇ ਮਸਾਇਲ ਤੇ ਅਦਾਲਤਾਂ 'ਚ ਮੌਜੂਦ ਨਹੀਂ ਹੈ ਨੇ, ਇਹਦੇ 'ਚ ਕੋਈ ਸ਼ੁਬਾ ਨਹੀਂ। ਲੱਖਾਂ ਕੇਸ ਪੈਂਡਿੰਗ ਪਏ ਨੇ, ਲੱਖਾਂ ਪਏ ਨੇ, ਪੈਂਡਿੰਗ ਪਏ ਨੇ। ਔਰ ਜਿਹੜੀ ਅਸਲ ਜ਼ਰੂਰਤ ਹੈ ਜਿਸ ਵਾਸਤੇ ਕਿਸੇ ਮੁਲਕ ਦੇ ਅੰਦਰ ਨਿਜ਼ਾਮ ਇਨਸਾਫ ਬਣਾਇਆ ਜਾਂਦਾ ਹੈ, ਅਦਾਲਤੀ ਸੈਟਅਪ ਬਣਾਇਆ ਜਾਂਦਾ ਹੈ ਪੂਰਾ, ਦੇਖੋ ਨਾ ਥੱਲੇ ਤੋਂ ਲੈ ਕੇ ਉੱਤੇ ਤੱਕ ਇਹ ਸਿਸਟਮ ਹੈਗਾ। ਇਹ ਸਿਸਟਮ ਪੂਰਾ ਸਾਡੇ ਨੈਸ਼ਨਲ ਐਕਸਚੇਕਰ ਦੇ ਕੋਲੋਂ ਪੈਸੇ ਵੀ ਇਸ ਸਿਸਟਮ ਦੇ ਉੱਤੇ ਅਰਬਾਂ ਰੁਪਏ ਖਰਚ ਹੁੰਦੇ ਨੇ। ਅਗਰ ਅਸੀਂ ਇੱਕ ਮੈਜਿਸਟ੍ਰੇਟ ਤੋਂ ਲੈ ਕੇ ਇੱਕ ਸੈਸ਼ਨ ਜੱਜ, ਐਡੀਸ਼ਨਲ ਸੈਸ਼ਨ ਜੱਜਿਸ ਤੋਂ ਅਗਰ ਅਸੀਂ ਸ਼ੁਰੂ ਕਰਨੇ ਆ ਤੇ ਹਾਈ ਕੋਰਟਸ ਤੋਂ ਬਾਅਦ ਸੁਪਰੀਮ ਕੋਰਟਸ ਦੇ ਜੱਜ ਸਾਹਿਬਾਨ, ਉਹਨਾਂ ਦੇ ਨਾਲ ਦੂਸਰਾ ਜ਼ੈਲੀ ਅਮਲਾ, ਉਹਨਾਂ ਦੀਆਂ ਇਮਾਰਤਾਂ ਦੇ ਖਰਚੇ, ਉਹਦੇ ਦੂਸਰੇ ਬਾਕੀ ਲੋਕਾਂ ਦੇ ਰਿਟਾਇਰਮੈਂਟ ਤੋਂ ਬਾਅਦ ਜਿਹੜੀਆਂ ਪੈਨਸ਼ਨਾਂ ਨੇ, ਡਰਾਈਵਰਸ ਨੇ, ਔਰ ਉਹ ਸਾਰਾ ਖਰਚਾ ਲਾਓ ਤੇ ਅਰਬਾਂ ਦੇ ਵਿੱਚ ਚਲਾ ਜਾਂਦਾ। ਬਿਲਕੁਲ। ਤੇ ਅਗਰ ਕੌਮ ਨੇ ਜਾਂ ਆਵਾਮ ਨੇ, ਕਨਸੈਪਟ ਦੀ ਮੈਂ ਗੱਲ ਕਰ ਰਿਹਾ, ਜਿਹੜਾ ਸਟੇਟ ਦਾ ਇੱਕ ਡੈਮੋਕ੍ਰੇਸੀ ਦੇ ਅੰਦਰ ਜਿਹੜਾ ਰਿਆਸਤ ਦਾ ਕਨਸੈਪਟ ਹੈ, ਉਹ ਤੇ ਇਹੋ ਹੀ ਹੈ ਨਾ ਕਿ ਇਹ ਸਿਸਟਮ ਇਸ ਵਾਸਤੇ ਬਣਾਇਆ ਜਾਂਦਾ ਹੈ ਤਾਂ ਕਿ
ਲੋਕਾਂ ਦੇ ਮਸਾਇਲ ਹੱਲ ਹੱਲ ਹੋਣ। ਹੋਣ, ਔਰ ਅਦਾਲਤਾਂ ਇਸ ਵਾਸਤੇ ਨੇ ਕਿ ਲੋਕਾਂ ਦੇ ਬਾਹਮੀ ਜਿਹੜੇ ਤਨਾਜ਼ਾਤ ਨੇ, ਬਾਹਮੀ ਝਗੜੇ ਨੇ, ਜਾਂ ਜਿਹੜੇ ਦੂਸਰੇ ਕੋਈ ਐਸੇ ਮਸਾਇਲ ਅਚਾਨਕ ਆ ਜਾਂਦੇ ਨੇ, ਉਹਨਾਂ ਨੂੰ ਇੱਕ ਮਜਾਜ਼ ਸਿਸਟਮ ਦੇ ਜ਼ਰੀਏ ਅਕੋਰਡਿੰਗ ਟੂ ਦੀ ਲਾਅ ਐਂਡ ਕਨਸਟੀਟਿਊਸ਼ਨ ਉਹਨਾਂ ਨੂੰ ਹੱਲ ਕੀਤਾ ਜਾਏ। ਤੇ ਅਗਰ ਕਿਸੇ ਜਗ੍ਹਾ ਦੇ ਉੱਤੇ ਇਹ ਹੱਲ ਨਹੀਂ ਹੁੰਦੇ, ਜਾਂ ਇਹ ਬਹੁਤ ਪੈਂਡਿੰਗ ਪਏ ਰਹਿੰਦੇ ਨੇ, ਜਾਂ ਬਹੁਤ ਢੇਰ ਲੱਗ ਜਾਂਦੇ ਨੇ, ਤੇ ਇਹਦਾ ਮਤਲਬ ਹੈ ਕਿ ਉਹ ਸਿਸਟਮ ਦੇ ਵਿੱਚ ਪੂਰੀ ਤਰ੍ਹਾਂ ਅਮਲ ਨਹੀਂ ਹੋ ਰਿਹਾ। ਪਾਕਿਸਤਾਨ ਦੇ ਵਿੱਚ ਹੋ ਰਿਹਾ। ਤੁਸੀਂ ਸਿਰਫ ਇਕੱਲੇ ਲਾਹੌਰ, ਕਰਾਚੀ, ਫੈਸਲਾਬਾਦ, ਜਿਸ ਪੂਰੀ ਦੁਨੀਆ ਦੇ ਵਿੱਚ, ਪੂਰੇ ਪਾਕਿਸਤਾਨ ਦੇ ਵਿੱਚ ਚਲੇ ਜਾਓ, ਤੁਹਾਨੂੰ ਪੈਂਡਿੰਗ ਕੇਸਿਸ ਨਜ਼ਰ ਆਉਣਗੇ, ਸੁਪਰੀਮ ਕੋਰਟ 'ਚ ਪੈਂਡਿੰਗ ਕੇਸਿਸ ਨਜ਼ਰ ਆਉਣਗੇ। ਤੇ ਮੇਰਾ ਖਿਆਲ ਹੈ ਕਿ ਸਾਡੇ ਸਿਸਟਮ ਦਾ ਐਫੀਸ਼ੀਐਂਟ ਹੋਣਾ ਹੀ ਸਭ ਤੋਂ ਇੰਪੋਰਟੈਂਟ ਹੈਗਾ ਉਹਨੂੰ। ਔਰ ਮੈਂ ਕਮ ਅਜ਼ ਕਮ ਮੇਰੀ ਜਿਹੜੀ ਜ਼ਾਤੀ ਰਾਏ ਹੈ, ਜਿਹੜੀ 27ਵੀਂ ਤਰਮੀਮ ਦੇ ਜ਼ਰੀਏ 2 ਅਦਲੀਆ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਫੈਡਰਲ ਕੋਰਟ ਬਣਾਈ, ਕਨਸਟੀਟਿਊਸ਼ਨਲ ਕੋਰਟ ਬਣਾਈ, ਔਰ ਉਹਨਾਂ ਦੇ ਬੈਂਚ ਬਣ ਕੇ ਕੱਲ ਤੋਂ ਸ਼ੁਰੂ ਵੀ ਕਰ ਦੇਣਗੇ, ਹਾਂ, ਕੰਮ ਸ਼ੁਰੂ ਹੋ ਜਾਏਗਾ। ਇਹਦਾ